ਦੋਸਤੋ ਅੱਜ ਆਪਾਂ ਚਰਚਾ ਕਰਦੇ ਹਾਂ ਜਿਹੜੀ ਇਸ ਵਕਤ ਕਿਸਾਨਾਂ ਨੂੰ ਬਹੁਤ ਭਾਰੀ ਕਮੀ ਆ ਰਹੀ ਹੈ ਯੂਰੀਆ ਖਾਦ ਦੀ। ਆਪਾਂ ਸਾਰੇ ਜਾਣਦੇ ਹਾਂ ਕਿ ਕਣਕ ਦੀ ਜਿਹੜੀ ਬਿਜਾਈ ਆ ਉਹ ਬੜੇ ਜ਼ੋਰਾਂ ਤੇ ਆ ਪੰਜਾਬ ਦੇ ਵਿੱਚ, ਔਰ ਯੂਰੀਆ ਉਹਦਾ ਇੱਕ ਬਹੁਤ ਇੰਪੋਰਟੈਂਟ ਇਨਪੁਟ ਆ। ਅਗਰ ਯੂਰੀਆ ਖਾਦ ਨਹੀਂ ਪਾ ਸਕਣਗੇ ਤੇ ਕਣਕ ਦੀ ਝਾੜ ਤੇ ਸਿੱਧਾ ਅਸਰ ਪਵੇਗਾ, ਭਾਵ ਕਿ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਨੂੰ ਘਾਟਾ ਪਵੇਗਾ। ਪਹਿਲਾਂ ਹੀ ਕਿਸਾਨ ਪੰਜਾਬ ਦਾ 1 ਲੱਖ ਕਰੋੜ ਦਾ ਕਰਜ਼ਈ ਆ, ਔਰ ਆਤਮ ਹੱਤਿਆਵਾਂ ਨਿਰੰਤਰ ਪੰਜਾਬ ਦੇ ਵਿੱਚ ਹੋ ਰਹੀਆਂ। ਇਹਨਾਂ ਹਾਲਾਤਾਂ 'ਚ ਕਿਸਾਨਾਂ ਦੇ ਨਾਲ ਹੋਰ ਵਿਤਕਰਾ ਕਰਨਾ ਜਾਂ ਉਹਨਾਂ ਦੇ ਨਾਲ ਬਦਲਾਖੋਰੀ ਦੀ ਨੀਤੀ ਅਪਣਾਉਣਾ, ਇਹ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਬਿਲਕੁਲ ਨਹੀਂ ਸ਼ੋਭਦਾ। ਕਿਸਾਨ ਪਿਛਲੇ 2-3 ਮਹੀਨਿਆਂ ਤੋਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਆਪਣੇ ਮੁਜ਼ਾਹਰੇ ਕਰਨੇ ਨੇ, ਰੋਸ ਪ੍ਰਗਟ ਕਰਦੇ ਨੇ। ਇਹਨਾਂ ਦਾ ਉਹਨਾਂ ਦਾ ਅਧਿਕਾਰ ਹੈ ਨਾ ਡੈਮੋਕ੍ਰੈਟਿਕ ਤਰੀਕੇ ਦੇ ਨਾਲ। ਤੇ ਸਾਡੇ ਦੇਸ਼ ਦੀ ਸਰਕਾਰ ਨੇ ਪਿਛਲੇ 2-3 ਮਹੀਨਿਆਂ ਤੋਂ ਇਹ ਵੀ ਮੁਨਾਸਬ ਨਹੀਂ ਸਮਝਿਆ ਕਿ ਇਹਨਾਂ ਦੀਆਂ ਕੋਈ ਵਾਜਬ ਗੱਲਾਂ ਨੂੰ ਅਸੀਂ ਮੰਨ ਲਈਏ, ਕੁਝ ਉਹਨਾਂ ਨਾਲ ਵਾਅਦਾ ਕਰ ਲਈਏ, ਕੁਝ ਅਸੀਂ ਕਿਸਾਨੀ ਦੀ ਹਾਲਾਤ ਨੂੰ ਵੈਸੇ ਪੰਜਾਬ ਤੇ ਹਰਿਆਣੇ ਦੇ ਵਿੱਚ ਸੁਧਾਰਨ ਦੀ ਕੋਸ਼ਿਸ਼ ਕਰੀਏ। ਉਲਟਾ ਪਿਛਲੇ ਕੁਝ ਸਮੇਂ ਤੋਂ ਬੀਜੇਪੀ ਦੀ ਕੇਂਦਰ ਸਰਕਾਰ ਨੇ ਸਾਰੀਆਂ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਪੰਜਾਬ ਵਿੱਚ ਆਉਣੀਆਂ ਸੀ, ਚਾਹੇ ਉਹ ਖਾਦ ਹੈ, ਚਾਹੇ ਉਹ ਕੋਲਾ ਹੈ, ਚਾਹੇ ਉਹ ਰੋਜ਼ਮਰਾ ਇੰਡਸਟਰੀ ਦੀ ਜਿਹੜੀ ਮੈਨੂਫੈਕਚਰਿੰਗ ਵਾਸਤੇ ਰॉ ਮਟੀਰੀਅਲ ਆਉਣਾ ਬਾਹਰੋਂ, ਉਹ ਸਾਰੀਆਂ ਟ੍ਰੇਨਸ ਬੰਦ ਕੀਤੀਆਂ। ਔਰ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਨਹੀਂ ਕਈ ਵਾਰ ਇਹ ਯਕੀਨ ਦਿਵਾਇਆ ਵਾ ਕਿ ਅਸੀਂ ਹਰ ਕਿਸਮ ਦੀ ਜਿਹੜੀ ਰੇਲ ਟਰੈਕ ਉਸ ਨੂੰ ਖਾਲੀ ਕਰ ਦਿੱਤਾ ਵਾ, ਸਟੇਸ਼ਨਾਂ ਤੋਂ ਉੱਠ ਚੁੱਕੇ ਨੇ। ਔਰ ਜਿਹੜੀਆਂ ਬੀਜੇਪੀ ਦੀ ਮਿਨਿਸਟਰਸ ਨਾਲ ਪਿਛਲੇ ਦਿਨੀ ਦਿੱਲੀ ਮੀਟਿੰਗ ਹੋਈ, ਉਹਦੇ 'ਚ ਵੀ ਉਹਨਾਂ ਨੂੰ ਯਕੀਨ ਦਿਵਾਇਆ ਕਿ ਅਸੀਂ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਾਵਾਂਗੇ। ਤੁਸੀਂ ਘੱਟੋ ਘੱਟ ਜਿਹੜਾ ਜ਼ਰੂਰੀ ਸਮਾਨ ਹੈ, ਕਿਉਂਕਿ ਪੰਜਾਬ ਦੇ ਜ਼ਰੀਏ ਹੋ ਕੇ ਜੰਮੂ ਕਸ਼ਮੀਰ ਨੂੰ ਜਿਹੜੇ ਸਾਡੇ ਜਵਾਨ ਫੌਜੀ ਬੈਠੇ ਨੇ ਬਾਰਡਰਾਂ ਦੇ ਉੱਤੇ, ਬਹੁਤ ਠੰਡ ਦੀ ਰੁੱਤ ਚੱਲ ਰਹੀ ਆ, ਇਹ ਸਾਰੀ ਸਮੱਗਰੀ ਉਹਨਾਂ ਨੂੰ ਵੀ ਲੋੜ ਆ। ਲੇਕਿਨ ਬੀਜੇਪੀ ਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਅੱਜ ਚੰਡੀਗੜ੍ਹ ਉਹਨਾਂ ਦੀ ਇੱਕ ਹੋਰ ਬੈਠਕ ਹੋਣ ਜਾ ਰਹੀ ਹੈ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਬੀਜੇਪੀ ਤਰਕ ਦੇਖੇਗੀ। ਕਿਸਾਨਾਂ ਦੇ ਇਸ ਵਕਤ ਜਿਹੜੇ ਆਰਥਿਕ ਹਾਲਾਤ ਨੇ ਸਾਰੇ ਦੇਸ਼ ਦੇ ਔਰ ਖਾਸ ਤੌਰ ਤੇ ਪੰਜਾਬ ਦੇ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਦੀ ਜਿਹੜੀਆਂ ਬਹੁਤ ਵਾਜਬ, ਬਹੁਤ ਲੈਜੀਟੀਮੇਟ ਡਿਮਾਂਡਸ ਨੇ ਪੰਜਾਬ ਦੇ ਕਿਸਾਨਾਂ ਦੀਆਂ, ਉਹਨਾਂ ਨੂੰ ਮੰਨ ਕੇ ਤੇ ਉਹਨਾਂ ਦੇ ਨਾਲ ਫੈਸਲਾ ਕਰਕੇ ਤੇ ਲੋਕ ਪੰਜਾਬ ਦੇ ਵਿੱਚ ਮੁੜ ਨਾਰਮਲ ਲਾਈਫ ਜਿਹੜੀ ਸ਼ੁਰੂ ਕੀਤੀ ਜਾ ਸਕਦੀ, ਉਹਦੇ 'ਚ ਮਦਦ ਕਰੇਗੀ। ਪੰਜਾਬ ਪਹਿਲਾਂ ਹੀ ਪਿਛਲੇ ਕੁਝ ਸਮੇਂ ਤੋਂ ਕੋਵਿਡ ਮਹਾਮਾਰੀ ਦੇ ਦੌਰਾਨ ਔਰ ਹੁਣ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਆਰਥਿਕ ਤੌਰ ਤੇ ਪੰਜਾਬ ਬਹੁਤ ਵੱਡੇ ਪੱਧਰ ਦੇ ਉੱਤੇ ਪਹਿਲਾਂ ਹੀ ਨੁਕਸਾਨ ਹੋ ਚੁੱਕਾ। ਇੰਡਸਟਰੀ ਨੂੰ ਵੀ ਹੋ ਚੁੱਕਾ ਵਾ, ਐਗਰੀਕਲਚਰ ਨੂੰ ਹੋ ਚੁੱਕਾ ਵਾ। ਔਰ ਜਿਹੜਾ ਸਾਡਾ ਹੱਕੀ ਪੈਸੇ ਨੇ ਪੰਜਾਬ ਦੇ, ਚਾਹੇ ਉਹ 10,000 ਕਰੋੜ ਰੁਪਇਆ GST ਦਾ ਜਿਹੜਾ ਕੇਂਦਰ ਦੀ ਸਰਕਾਰ ਨੇ ਰੋਕਿਆ ਹੋਇਆ ਜਾਣਬੁੱਝ ਕੇ, ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕ ਦਿੱਤਾ ਵਾ। ਔਰ ਇਸ ਤਰ੍ਹਾਂ ਨਾਲ ਜੋ ਸਾਡੇ ਇੰਪੋਰਟੈਂਟ ਜੋ ਸਾਡਾ ਇੱਕ ਅਧਿਕਾਰ ਬਣਦਾ ਪੰਜਾਬ ਦਾ, ਕਿਉਂਕਿ ਅਕਸਰ ਪੰਜਾਬ ਵੀ ਤਾਂ ਇਸ ਦੇਸ਼ ਦਾ ਹਿੱਸਾ ਵਾ, ਉਹ ਵੀ ਹਰ ਕਿਸਮ ਦਾ ਵਿਅਕਤੀ ਜਿਹੜਾ ਹਰ ਕਿਸਮ ਦਾ ਟੈਕਸ ਅਦਾ ਕਰ ਰਿਹਾ ਵਾ। ਸਾਡੇ ਪੈਸੇ ਕੇਂਦਰ ਕੋਲ ਜਾਂਦੇ ਨੇ, ਉਹ ਉਸੇ ਹੀ ਪੈਸੇ ਨਾਲ ਇਹ ਸਾਰਾ ਪੰਜਾਬ ਜਾਂ ਹੋਰ ਸੂਬੇ ਜਿਹੜੇ ਚਲਾਏ ਜਾਂਦੇ ਨੇ। ਇਸ ਲਈ ਜਿਹੜਾ ਰਵੱਈਆ ਅਖਤਿਆਰ ਕੀਤਾ ਹੈ ਬੀਜੇਪੀ ਨੇ, ਉਹ ਮੈਂ ਸਮਝਦਾ ਕਿ ਇੱਕ ਗੈਰ ਵਾਜਬ ਵੀ ਆ ਤੇ ਤਾਨਾਸ਼ਾਹ ਵਾਲਾ ਰਵੱਈਆ, ਉਹ ਕੋਈ ਜਮਹੂਰੀਅਤ ਵਾਲਾ ਰਵੱਈਆ ਨਹੀਂ। ਕਿਉਂਕਿ ਜਮਹੂਰੀਅਤ ਦਾ ਤਾਂ ਸਾਦਾ ਜਿਹਾ ਅਸੂਲ ਆ ਕਿ ਸਰਕਾਰਾਂ ਉਹ ਕਾਨੂੰਨ ਬਣਾਉਣਗੀਆਂ ਜਿਹੜੇ ਕਾਨੂੰਨ ਆਮ ਜਨਤਾ ਨੂੰ, ਆਮ ਲੋਕਾਂ ਨੂੰ ਪ੍ਰਵਾਨ ਹੋਣਗੇ। ਤੇ ਪੰਜਾਬ ਦੇ ਲੋਕ 3 ਕਰੋੜ ਆਬਾਦੀ ਆਪਣੇ ਜਜ਼ਬਾਤਾਂ ਦੀ ਤਰਜਮਾਨੀ ਪੰਜਾਬ ਵਿਧਾਨ ਸਭਾ ਵਿੱਚ ਕਰ ਚੁੱਕੀ ਆ। ਵਿਧਾਨ ਸਭਾ 'ਚੋਂ ਅਸੀਂ ਮਤੇ ਪਾਸ ਕਰ ਦਿੱਤੇ। ਪੰਜਾਬ ਦੇ ਅਸੀਂ ਜਿਹੜੇ ਕੇਂਦਰ ਨੇ ਕਾਨੂੰਨ ਬਣਾਏ ਸੀ, ਵਿਧਾਨ ਸਭਾ 'ਚ ਅਸੀਂ ਉਹ ਸਾਰੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ। ਔਰ ਇਹਦੇ ਬਾਵਜੂਦ ਔਰ ਕਿਸਾਨ ਬੜੇ ਅਰਸੇ ਤੋਂ ਧਰਨਿਆਂ ਮੁਜ਼ਾਹਰਿਆਂ ਤੇ ਬੈਠੇ ਹੋਏ ਨੇ, ਭੁੱਖੇ ਨੇ ਤੇ ਆਏ ਨੇ, ਘਰੋਂ ਬੇਘਰ ਸਾਰਾ ਕੰਮ ਛੱਡ ਕੇ ਬੈਠੇ ਨੇ। ਔਰ ਮੈਂ ਸਮਝਦਾ, ਮੈਂ ਦਾਤ ਦਿੰਦਾ ਇਸ ਕਿਸਾਨਾਂ ਦੀ ਜਥੇਬੰਦੀਆਂ ਨੂੰ ਕਿ ਉਹਨਾਂ ਨੇ ਸਾਰਾ ਜਿਹੜਾ ਇਸ ਵਕਤ ਤੱਕ ਜਿਹੜੇ ਡੈਮੋਨਸਟ੍ਰੇਸ਼ਨ ਆ ਜਾਂ ਜਿਹੜੇ ਪ੍ਰੋਟੈਸਟ ਹੈਗੇ ਸਾਰੇ ਬਿਲਕੁਲ ਪੀਸਫੁਲ ਰੱਖੇ ਨੇ। ਔਰ ਮੈਂ ਸਮਝਦਾ ਕਿ ਅਗਰ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਅੱਖੜ ਰਵੱਈਆ ਰੱਖਿਆ ਕੇਂਦਰ ਸਰਕਾਰ ਨੇ ਤੇ ਪੰਜਾਬ ਨੂੰ ਇੱਕ ਵਿਤਕਰੇ ਦੀ ਭਾਵਨਾ ਨਾਲ ਦੇਖਦੇ ਰਹੇ, ਜਾਂ ਪੰਜਾਬ ਨੂੰ ਐ ਸਮਝਿਆ ਜਾ ਰਿਹਾ ਜਿੱਦਾਂ ਪੰਜਾਬ ਭਾਰਤ ਦਾ ਨਹੀਂ ਬਲਕਿ ਕਿਸੇ ਦੁਸ਼ਮਣ ਦੇਸ਼ ਦਾ ਇੱਕ ਸੂਬਾ, ਇਸ ਤਰ੍ਹਾਂ ਦਾ ਰਵੱਈਆ ਕਰਦੇ ਗਏ, ਤਾਂ ਮੈਂ ਸਮਝਦਾ ਕਿ ਕਿਸੇ ਵੇਲੇ ਪੰਜਾਬ ਦੇ ਹਾਲਾਤ ਵਿਗੜ ਵੀ ਸਕਦੇ ਨੇ। ਪੰਜਾਬ ਨੇ ਪਹਿਲਾਂ ਹੀ 80 ਦੇ ਦਹਾਕੇ ਦੇ ਵਿੱਚ ਬਹੁਤ ਸੰਤਾਪ ਹੰਢਾਇਆ, ਬਹੁਤ ਨੁਕਸਾਨ ਹੋਇਆ, ਬਹੁਤ ਖੂਨ ਖਰਾਬਾ ਹੋਇਆ। ਔਰ ਜਦੋਂ ਸਰਕਾਰਾਂ ਕੋਈ ਜਿਹੜੀਆਂ ਆਮ ਜਨਤਾ ਦੀਆਂ ਭਾਵਨਾਵਾਂ ਦੇ ਅਨੁਕੂਲ ਕੰਮ ਨਹੀਂ ਕਰਦੀਆਂ, ਤਾਂ ਜਿਹੜਾ ਇਹ ਐਲੀਮੈਂਟ ਹੁੰਦਾ ਜਿਹੜਾ ਉਸ ਵਕਤ ਦਾ ਫਾਇਦਾ ਉਠਾ ਕੇ
ਕਿਸੇ ਵੀ ਤਰੀਕੇ ਨਾਲ ਵਾਇਲੈਂਸ ਇੰਟਰੋਡਿਊਸ ਕਰ ਸਕਦਾ, ਕਿਸੇ ਤਰ੍ਹਾਂ ਮਾਰ ਧਾੜ ਕਰ ਸਕਦਾ, ਸਰਕਾਰ ਉਹਨਾਂ ਨੂੰ ਮੌਕਾ ਦੇ ਰਹੀ ਹੈ। ਔਰ ਮੈਂ ਸਮਝਦਾ ਕਿ ਜੇ ਪੰਜਾਬ ਦੇ ਕਿਸੇ ਤਰ੍ਹਾਂ ਦੇ ਹਾਲਾਤ ਵਿਗੜੇ, ਉਹਦੇ ਲਈ ਸਿੱਧੀ ਬੀਜੇਪੀ ਦੀ ਸਰਕਾਰ ਜਿਹੜੀ ਉਹ ਆਪ ਜ਼ਿੰਮੇਵਾਰ ਹੋਵੇਗੀ। ਇਸ ਲਈ ਸਾਡੀ ਮੰਗ ਆ ਕਿ ਜਿਹੜੀ ਯੂਰੀਆ ਹੈ, ਔਰ ਸਾਡੇ ਕੋਲ 2 ਪਲਾਂਟਸ ਨੇ ਵੱਡੇ ਜਿਹੜੇ ਫਰਟੀਲਾਈਜ਼ਰਸ ਦੇ ਨੇ, ਇੱਕ ਨੰਗਲ ਵਿਖੇ ਆ NFL ਦਾ ਪਲਾਂਟ ਆ, ਔਰ ਇੱਕ ਬਠਿੰਡਾ ਵਿਖੇ ਆ। ਦੱਸਿਆ ਇਹ ਗਿਆ ਭਾਰਤੀ ਕਿਸਾਨ ਯੂਨੀਅਨ ਦੇ ਸਾਡੇ ਜਿਹੜੇ ਮਿੱਤਰ ਨੇ, ਉਹ ਕਹਿੰਦੇ ਕਿ ਇਹਨਾਂ 'ਚ ਬਹੁਤ ਭਾਰੀ ਸਟਾਕ ਪਿਆ ਹੋਇਆ। ਇਹ ਵੀ ਸਟਾਕ ਸਰਕਾਰ ਜਿਹੜੀ ਰਿਲੀਜ਼ ਨਹੀਂ ਕਰ ਰਹੀ, ਔਰ ਉਹਦਾ ਅਸਰ ਇਹ ਪੈ ਰਿਹਾ ਕਿ ਜਿਹੜੀ 270 ਰੁਪਏ ਨੂੰ ਬੋਰਾ ਸੀ ਯੂਰੀਆ ਦਾ, ਉਹ ਅੱਜ 450 ਰੁਪਏ ਨੂੰ ਪੰਜਾਬ ਦੇ ਵਿੱਚ ਬਲੈਕ ਵਿੱਚ, ਕਾਲਾ ਬਾਜ਼ਾਰੀ ਵਿੱਚ ਪੰਜਾਬ ਦੇ ਵਿੱਚ ਕਿਸਾਨਾਂ ਤੱਕ ਪਹੁੰਚ ਰਿਹਾ। ਤਾਂ ਉਹ ਕਿਸਾਨਾਂ ਦੀ ਸੁਭਾਵਕ ਹੈ ਕਿ ਇਨਪੁਟ ਕਾਸਟ ਵੱਧ ਜਾਣੀ ਆ, ਤੇ ਜੇ ਯੂਰੀਆ ਕਈਆਂ ਨੂੰ ਨਾ ਹੀ ਮਿਲਿਆ ਤੇ ਕਣਕ ਦੀ ਜਿਹੜੀ ਫਸਲ ਆ ਉਹ ਮੈਂ ਸਮਝਦਾ ਕਿ ਉਹਦਾ ਪ੍ਰੋਪਰ ਝਾੜ ਨਹੀਂ ਹੋਵੇਗਾ। ਇਸ ਲਈ ਬੀਜੇਪੀ ਦੀ ਸਰਕਾਰ ਨੂੰ ਆਪਣਾ ਰਵੱਈਆ ਬਦਲ ਕੇ ਅੱਜ ਵੀ ਕਿਸਾਨਾਂ ਦੇ ਨਾਲ ਜੋ ਉਹਨਾਂ ਦੀਆਂ ਹੱਕੀ ਮੰਗਾਂ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ, ਔਰ ਇਹਦੇ ਦੌਰਾਨ ਸਾਰੇ ਪੰਜਾਬ ਦੀਆਂ ਟ੍ਰੇਨ ਸਰਵਿਸਿਜ਼ ਸ਼ੁਰੂ ਕਰਨੀਆਂ ਚਾਹੀਦੀਆਂ। ਹਰ ਕਿਸਮ ਦਾ ਕੋਲਾ, ਹਰ ਕਿਸਮ ਦੀ ਫਰਟੀਲਾਈਜ਼ਰਸ, ਹਰ ਕਿਸਮ ਦੇ ਪਦਾਰਥ ਜਿਹੜੇ ਪੰਜਾਬ ਦੇ ਲੋਕਾਂ ਨੂੰ, ਆਵਾਮ ਨੂੰ ਲੋੜ ਹੈਗੀ ਆ, ਉਹ ਛੇਤੀ ਤੋਂ ਛੇਤੀ ਮੁਹੱਈਆ ਕਰਾਉਣੇ ਚਾਹੀਦੇ। ਤੇ ਨਾਲ ਸਾਡਾ ਜਿਹੜਾ ਅਧਿਕਾਰਤ ਪੈਸਾ ਹੈ 10,000 ਕਰੋੜ ਰੁਪਇਆ, ਉਹ ਕੋਈ ਛੋਟਾ ਅਮਾਊਂਟ ਨਹੀਂਗਾ। ਤੇ ਨਾਲ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਹੋਇਆ, ਉਹ ਸਾਰੇ ਪੈਸੇ ਜਿਹੜੇ ਆ ਉਹ ਤੁਰੰਤ ਕੇਂਦਰ ਦੀ ਸਰਕਾਰ ਨੂੰ, ਪੰਜਾਬ ਨੂੰ ਰਿਲੀਜ਼ ਕਰਨੇ ਚਾਹੀਦੇ। ਇਸੇ ਵਿਸ਼ੇ ਦੇ ਉੱਤੇ ਮੇਰੇ ਨਾਲ ਮੇਰੇ ਕੁਲੀਗ ਸਰਦਾਰ ਜਗਦੇਵ ਸਿੰਘ ਕਮਾਲੂ, ਜਿਹੜੇ ਕਿ MLA ਮੌੜ ਨੇ, ਜਿਹੜੇ ਖੁਦ ਕਿਸਾਨ ਨੇ, ਜਿਨ੍ਹਾਂ ਨੇ ਬਹੁਤ ਅਰਸਾ ਭਾਰਤੀ ਕਿਸਾਨ ਯੂਨੀਅਨ ਵਿੱਚ ਆਪ ਬਤੌਰ ਇੱਕ ਵਰਕਰ ਕੰਮ ਕੀਤਾ, ਔਰ ਜਿਹੜੀ ਇਹਨਾਂ ਨੂੰ ਲੋਕ ਪਹੁੰਚ ਕਰਕੇ ਜਿਹੜੀਆਂ ਕੰਪਲੇਂਟਸ ਕਰ ਰਹੇ ਨੇ, ਮੈਂ ਜਗਦੇਵ ਜੀ ਨੂੰ ਬੇਨਤੀ ਕਰੂੰਗਾ ਕਿ ਚੰਦ ਸ਼ਬਦ ਤੁਹਾਡੇ ਨਾਲ ਜਗਦੇਵ ਜੀ ਵੀ ਸਾਂਝੇ ਕਰਨ। ਦੋਸਤੋ, ਵੈਸੇ ਤਾਂ ਖਹਿਰਾ ਸਾਹਿਬ ਨੇ ਬੜੇ ਡਿਟੇਲ 'ਚ ਦੱਸ ਦਿੱਤੀ ਹੈ ਸਾਰੀ ਗੱਲ, ਪਰ ਬੜੇ ਦੁੱਖ ਦੀ ਗੱਲ ਹੈ ਕਿ ਉਹ ਕਿਸਾਨ ਜਿਹੜਾ ਦੇਸ਼ ਦੇ ਸਾਰੀ ਪਬਲਿਕ ਨੂੰ ਉਹਦਾ ਢਿੱਡ ਭਰਦਾ ਹੈ, ਪੂਰੇ ਦੇਸ਼ ਨੂੰ ਅਨਾਜ ਮੁਹੱਈਆ ਕਰਾਉਂਦਾ ਹੈ, ਅੱਜ ਉਹ ਵਿਚਾਰਾ ਆਪ ਭੁੱਖਾ ਸੜਕਾਂ ਤੇ ਬੈਠਾ ਹੈ। ਬੜੇ ਦੁੱਖ ਦੀ ਗੱਲ ਹੈ। ਉਹਦੀ ਫਸਲ ਦੀ ਬਿਜਾਈ ਆ ਰਹੀ ਹੈ ਕਣਕ ਦੀ, ਅੱਜ ਕਣਕ ਬੀਜਣ ਵਾਸਤੇ ਉਹਨੂੰ ਫਰਟੀਲਾਈਜ਼ਰ ਖਾਦ ਨਹੀਂ ਮਿਲ ਰਹੀ, ਤੇ ਯੂਰੀਆ ਖਾਦ ਜਿਹੜੀ ਉਹਨਾਂ ਨੇ ਵਰਤੋਂ 'ਚ ਲੈਣੀ ਹੈ ਉਹ ਕਾਫੀ ਦਿੱਕਤ ਨਾਲ, ਕਾਫੀ ਮੁਸ਼ਕਲਾਂ ਨਾਲ ਮਿਲ ਰਹੀ ਹੈ। ਵੈਸੇ ਕਾਫੀ ਮਤਲਬ ਬਲੈਕ ਵਗੈਰਾ ਤੇ ਮਿਲ ਰਹੀ ਹੈ। ਬੜੇ ਦੁੱਖ ਦੀ ਗੱਲ ਹੈ। ਪਹਿਲੀ ਗੱਲ ਤਾਂ ਇਹ ਕਿ ਸੈਂਟਰ ਸਰਕਾਰ ਨੂੰ, ਭਾਜਪਾ ਦੀ ਸਰਕਾਰ ਨੂੰ ਹੀ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਇਸ ਮੁਸ਼ਕਲ ਨੂੰ ਦੇਖਦੇ ਹੋਇਆ ਫਰਟੀਲਾਈਜ਼ਰ, ਕੋਲਾ, ਜਿਵੇਂ ਕਿ ਮੋਟਰਾਂ ਦੇ ਤਾਂ ਪੰਜਾਬ ਦਾ ਤਕਰੀਬਨ 37-38% ਰਕਬਾ ਜਿਹੜਾ ਉਹ ਮੋਟਰਾਂ ਰਾਹੀਂ ਸਿੰਜਿਆ ਜਾਂਦਾ ਹੈ, ਧਰਤੀ ਹੇਠਲੇ ਪਾਣੀ ਰਾਹੀਂ। ਤੇ ਅੱਜ ਬਹੁਤੇ ਥਾਈਂ ਸਾਡੇ ਕਾਟਨ ਬੈਲਟ ਹੈ, ਮੇਰੇ ਉਧਰ ਬਠਿੰਡੇ ਜ਼ਿਲ੍ਹੇ ਕੰਨੀ ਨਰਮਾ ਬੀਜਿਆ ਹੋਇਆ, ਨਰਮੇ ਵਾਲੀ ਫਸਲ ਹੈ ਜਿਹੜੀ ਹੁਣ ਉਹਨੂੰ ਅੱਗੇ ਸਿੰਚਾਈ ਕਰਨੀ ਹੈ ਕਣਕ ਬੀਜਣ ਵਾਸਤੇ। ਤੇ ਜੇ ਮੋਟਰਾਂ ਦਾ ਕੋਲਾ ਨਾ ਗਿਆ, ਮੋਟਰਾਂ ਖੜ ਗਈਆਂ, ਤਾਂ ਕਿਸਾਨਾਂ ਨੂੰ ਬੜੀ ਦਿੱਕਤ ਪੇਸ਼ ਆਊਗੀ। ਉਹ ਕਿਸਾਨ ਨੇ ਉਹ ਕਣਕ ਉਗਾ ਕੇ ਪੂਰੇ ਦੇਸ਼ ਦਾ ਢਿੱਡ ਭਰਨਾ ਹੈ, ਸਾਰੇ ਲੋਕਾਂ ਨੂੰ ਖਾਣ ਨੂੰ ਦੇਣਾ, ਸਾਰਾ ਕਾਰੋਬਾਰ ਚੱਲਣਾ ਉਹਦੀਆਂ ਫਸਲਾਂ ਤੇ, ਸਾਰਾ ਸਿਸਟਮ, ਸਾਰਾ ਵਪਾਰ, ਸਾਰਾ ਸਿਸਟਮ ਹੀ ਮਤਲਬ ਕਿਸਾਨ ਤੇ ਨਿਰਭਰ ਹੈ, ਕਿਉਂਕਿ ਸਾਡਾ ਦੇਸ਼ ਹੈ ਜਿਹੜਾ ਉਹ ਕਿਸਾਨੀ ਸੂਬਾ ਹੈ, ਕਿਸਾਨੀ ਦੇਸ਼ ਹੈ। ਸਾਡੇ 85% ਲੋਕ ਹੈ ਜਿਹੜੇ ਕਿਸਾਨੀ ਤੇ ਨਿਰਭਰ ਨੇ। ਇਸ ਲਈ ਅੱਜ ਲੋੜ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਹੀ ਨੈਸ਼ਨਲ ਫਰਟੀਲਾਈਜ਼ਰ ਦੇ ਕਾਰਖਾਨੇ ਹੈ, ਪਲਾਂਟ ਲੱਗੇ ਹੋਏ ਆ, ਬਠਿੰਡਾ ਹੈ ਜਾਂ ਨੰਗਲ ਹੈ, ਉਹਨਾਂ ਕੋਲੇ ਜਿੰਨੀ ਯੂਰੀਆ ਪਈ ਹੈ ਉਹ ਸੈਂਟਰ ਸਰਕਾਰ ਦੇ ਤਹਿਤ ਆਉਂਦੀ ਹੈ ਤਾਂ ਉਹ ਆਰਡਰ ਕਰੇ, ਜੇ ਪੰਜਾਬ ਸਰਕਾਰ ਦੇ ਤਹਿਤ ਆਉਂਦੀ ਹੈ ਤਾਂ ਪੰਜਾਬ ਸਰਕਾਰ ਉਹ ਸਾਰੇ ਕਿਸਾਨਾਂ ਨੂੰ ਮੁਹੱਈਆ ਕਰਾਵੇ, ਤਾਂ ਜੋ ਕਿਸਾਨਾਂ ਦੀ ਜਿਹੜੀ ਯੂਰੀਆ ਜਾਂ DAP ਦੀ ਕੋਈ ਦਿੱਕਤ ਹੈ ਉਹ ਮੁਸ਼ਕਲ ਹੈ ਹੱਲ ਕੀਤੀ ਜਾਵੇ। ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨ ਆਪਦੀਆਂ ਜਾਇਜ਼ ਮੰਗਾਂ ਲਈ ਅੱਜ ਮਤਲਬ ਸੜਕਾਂ ਤੇ ਬੈਠੇ ਨੇ, ਤੇ ਤਕਰੀਬਨ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਸਾਨਾਂ ਨੂੰ ਇਸ ਤਰ੍ਹਾਂ। ਪਹਿਲਾਂ ਉਹ ਰੇਲਵੇ ਟਰੈਕਾਂ ਤੇ ਬੈਠੇ ਸੀ, ਜਦੋਂ ਕਿਹਾ ਕਿ ਪੰਜਾਬ ਸਰਕਾਰ ਨੇ ਬੇਨਤੀ ਕੀਤੀ, ਮਤਾ ਪਾਇਆ, ਉਹਦੇ ਵਿਰੁੱਧ ਜਿਹੜਾ ਆਰਡੀਨੈਂਸ ਪਾਸ ਕੀਤਾ ਸੀ, ਜਿਹੜਾ ਬਿੱਲ ਬਣਾਇਆ ਸੀ MSP ਦੇ ਵਿੱਚ, ਉਹਦੇ ਵਿਰੁੱਧ ਜਦੋਂ ਮਤਾ ਪਾਇਆ ਤਾਂ ਇਹਨਾਂ ਨੇ ਰੇਲਾਂ ਰੋਕ ਲਈਆਂ। ਤਾਂ ਰੇਲਾਂ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਕਿਸਾਨਾਂ ਦੀ ਲੋੜੀ ਦੀਆਂ ਬੱਸਾਂ ਆ ਜਾਣ ਦਿਓ, ਟਰੈਕ ਖਾਲੀ ਕਰ ਦਿਓ। ਉਹ ਉਹਨਾਂ ਨੇ ਵਿਚਾਰਿਆਂ ਨੇ ਉਹਦੀ ਮੰਗ ਮੰਨ ਲਈ, ਕਿਸਾਨਾਂ ਨੇ ਸਰਕਾਰ ਦੀ ਬੇਨਤੀ ਮੰਨਦੇ ਹੋਏ ਟਰੈਕ ਖਾਲੀ ਕਰਤੇ। ਤੇ ਅੱਜ ਤੱਕ ਮਤਲਬ ਤਕਰੀਬਨ 15-20 ਦਿਨ ਟੱਪ ਗਏ ਤੇ ਜਿਹੜੀ ਸੈਂਟਰ ਸਰਕਾਰ ਹੈ ਉਹਨੇ ਟ੍ਰੇਨਾਂ ਜਿਹੜੀਆਂ ਮਾਲ ਗੁਡਸ ਟ੍ਰੇਨਾਂ ਉਹ ਵੀ ਰੋਕ ਛੱਡੀਆਂ। ਬੜੇ ਦੁੱਖ ਦੀ ਗੱਲ ਹੈ। ਤੇ ਅੱਜ ਜੇ ਪੰਜਾਬ ਦਾ ਕਿਸਾਨ ਜਾਂ ਦੇਸ਼ ਦਾ ਕਿਸਾਨ ਮਰਦਾ ਹੈ ਤਾਂ ਸਾਰਾ ਜਿਹੜਾ ਦੇਸ਼ ਹੈ ਉਹ ਤਬਾਹ ਹੋ ਜਾਊਗਾ। ਇਸ ਲਈ ਅੱਜ ਸੋਚਣ ਦੀ ਲੋੜ ਹੈ। ਮੇਰੀ ਅਪੀਲ ਹੈ, ਮੇਰੀ ਬੇਨਤੀ ਹੈ ਸੈਂਟਰ ਸਰਕਾਰ ਨੂੰ ਕਿ ਉਹ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਦੇ ਹੋਏ ਉਹਨਾਂ ਦੀਆਂ ਜਾਇਜ਼ ਮੰਗਾਂ
ਸਾਰੀਆਂ ਜਾਇਜ਼ ਮੰਗਾਂ ਮੰਨੇ, ਕਿਉਂਕਿ ਸਾਰੀਆਂ ਕਿਸਾਨਾਂ ਦੀਆਂ ਜਾਇਜ਼ ਹੀ ਮੰਗਾਂ। ਉਹ ਤਾਂ ਸਿਰਫ ਕੀਮਤ ਸੂਚਕ ਤੋਂ ਹੁੰਦੇ ਹੋਏ ਸਵਾਮੀਨਾਥਨ ਦੀ ਰਿਪੋਰਟ ਤੋਂ ਹੁੰਦੇ ਹੋਏ ਜਿਹੜੀ ਸਰਕਾਰ ਨੇ ਨਿਰਧਾਰਿਤ ਕੀਤੀ ਹੈ ਕੀਮਤ, ਉਸ ਦੀ ਗਰੰਟੀ ਲੈਣੀ ਚਾਹੁੰਦੇ ਨੇ, ਉਹ ਵੀ ਦੇਣ ਨੂੰ ਤਿਆਰ ਨਹੀਂ। ਬੜੇ ਦੁੱਖ ਦੀ ਗੱਲ ਹੈ। ਜਿਸ ਤਰ੍ਹਾਂ ਜਗਦੇਵ ਜੀ ਨੇ ਦੱਸਿਆ ਕਿ ਬਹੁਤ ਭਾਰੀ ਵਿਤਕਰਾ ਕੀਤਾ ਜਾ ਰਿਹਾ, ਔਰ ਮੈਂ ਹੈਰਾਨ ਹਾਂ ਕਿ ਜਿਹੜੇ ਦਿੱਲੀ ਵਿੱਚ ਬੈਠੇ ਨੇ ਰਾਜ ਚਲਾ ਰਹੇ ਨੇ, ਉਹਨਾਂ ਨੂੰ ਆਮ ਜਨਤਾ ਦੇ, ਆਮ ਆਵਾਮ ਦੇ, ਕਿਸਾਨਾਂ ਦੇ, ਖੇਤ ਮਜ਼ਦੂਰਾਂ ਦੇ, ਉਹਨਾਂ ਦੇ ਹਾਲਾਤ ਤੇ ਕੋਈ ਤਰਸ ਨਹੀਂ ਆਉਂਦਾ। ਉਹਨਾਂ ਨੂੰ ਕੋਈ ਲੱਗਦਾ ਨਹੀਂਗਾ ਕਿ ਸਾਡੇ ਦੇਸ਼ ਦੇ ਬਸ਼ਿੰਦੇ ਨੇ, ਇਹਨਾਂ ਨੇ ਬੜੀ ਮਿਹਨਤ ਕੀਤੀ ਹੈ, ਇਹਨਾਂ ਨੇ ਹਰ ਪੱਖ, ਚਾਹੇ ਉਹ ਖੇਤੀ ਦਾ ਮੈਦਾਨ ਹੈ, ਚਾਹੇ ਉਹ ਫੌਜ ਦਾ ਮੈਦਾਨ ਹੈ, ਬਾਰਡਰਾਂ ਤੇ ਰਾਖੀ ਕਰਨ ਦੀ ਗੱਲ ਆ, ਹਰ ਕਿਸਮ, ਹਰ ਵੱਡੇ ਤੋਂ ਵੱਡਾ ਯੋਗਦਾਨ ਪੰਜਾਬ ਦੇ ਬਹਾਦਰ ਲੋਕਾਂ ਨੇ ਪਾਇਆ, ਚਾਹੇ ਉਹ ਸਪੋਰਟਸ ਹੈ, ਹਰ ਗੱਲ ਵਿੱਚ। ਤੇ ਸਾਡੇ ਨਾਲ ਹੀ ਇਸ ਤਰ੍ਹਾਂ ਦਾ ਵਿਤਕਰਾ ਕਰਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੇਂਦਰ ਦੀ ਸਰਕਾਰ ਨੂੰ ਕੀ ਤਸੱਲੀ ਮਿਲ ਰਹੀ ਆ। ਵੈਸੇ ਵੀ ਸਾਰੇ ਸਮੂਹ ਦੇਸ਼ ਦੇ ਕਿਸਾਨਾਂ ਦੀ ਗੱਲ ਇਹਨਾਂ ਨੂੰ ਧਿਆਨ 'ਚ ਰੱਖਣੀ ਚਾਹੀਦੀ ਆ। 60-65% ਲੋਕ ਅੱਜ ਵੀ ਪਿੰਡਾਂ ਵਿੱਚ ਰਹਿੰਦੇ ਨੇ। ਪਿੰਡਾਂ ਵਿੱਚ ਖੇਤੀ ਦੇ ਆਰਥਿਕ ਜਿਹੜੀ ਟੋਟਲ ਅਰਥ ਵਿਵਸਥਾ ਉਹ ਖੇਤੀ ਤੇ ਆਧਾਰਿਤ ਆ, ਤੇ ਜੇ ਖੇਤੀ ਫੇਲ ਹੁੰਦੀ ਆ, ਯਾਦ ਰਹੇ ਕਿ ਪਿੰਡਾਂ ਦੀ ਆਮ ਜਿਹੜੀ ਆਮਦਨ ਹੈ, ਚਾਹੇ ਉਹ ਆੜਤੀਏ ਨੇ, ਤੇ ਚਾਹੇ ਉਹ ਦੁਕਾਨਦਾਰ ਨੇ, ਤੇ ਚਾਹੇ ਉਹ ਛੋਟੇ ਵਪਾਰੀ ਨੇ, ਜਾਂ ਉਹ ਦਰਮਿਆਨੇ ਕਾਰਖਾਨੇਦਾਰ ਨੇ, ਉਹ ਸਾਰਾ ਕੁਝ ਫਲॉप ਹੁੰਦਾ ਵਾ। ਔਰ ਜਿਹੜਾ ਜਗਦੇਵ ਜੀ ਨੇ ਕਿਹਾ ਕਿ ਅਸੀਂ ਤਾਂ ਇਹ ਉਮੀਦ ਕਰਦੇ ਸੀ ਕਿ ਨਵੀਂ ਸਰਕਾਰ ਬਣੀ ਹੈ ਬੀਜੇਪੀ ਦੀ 2019 ਚ ਦੋਹਰੀ ਵਾਰੀ, ਇਹ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨਗੇ। ਔਰ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਗੱਲ ਜ਼ਿਕਰ ਕੀਤੀ ਹੋਈ ਹੈ। ਔਰ ਜਿਹੜਾ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਰეკਮੈਂਡੇਸ਼ਨ ਹੈ, ਉਹਦਾ ਸਭ ਤੋਂ ਇੰਪੋਰਟੈਂਟ ਪੁਆਇੰਟ ਇਹੀ ਹੈ ਕਿ ਜਿੰਨੀ ਵੀ ਖੇਤੀ ਦੀ ਲਾਗਤ ਆਉਂਦੀ ਉਹ ਸਾਰੀ ਕੈਲਕੂਲੇਟ ਕਰਕੇ ਤੇ ਐਮਐਸਪੀ ਜਿਹੜੀ ਹੈ ਉਹ 1.5 ਗੁਣਾ ਦਿੱਤੀ ਜਾਵੇਗੀ ਕਿਸਾਨਾਂ ਨੂੰ। ਅੱਜ ਅਗਰ ਕਣਕ ਦੀ ਸਵਾਮੀਨਾਥਨ ਕਮੇਟੀ ਫਾਰਮੂਲੇ ਦੇ ਹਿਸਾਬ ਦੇ ਨਾਲ ਕੈਲਕੂਲੇਸ਼ਨ ਕੀਤੀ ਜਾਵੇ ਤਾਂ ਕਣਕ ਦਾ ਭਾਅ 7000 ਰੁਪਏ ਕੁਇੰਟਲ ਚਾਹੀਦਾ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਹਿਸਾਬ ਦੇ ਨਾਲ, ਪਰ ਮਿਲ ਕਿੰਨਾ ਰਿਹਾ ਵਾ? 1900-2000 ਰੁਪਇਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇੱਕ ਮਿਹਨਤਕਸ਼ ਵਰਗ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੋਈ ਕਿਰਤੀ ਕੀਤੀ ਆ, ਕੋਈ ਗਲਤ ਕੰਮ ਨਹੀਂ ਕੀਤਾ, ਅੱਜ ਸਾਡੀ ਸਰਕਾਰਾਂ ਉਹਨਾਂ ਦੇ ਨਾਲ ਹੀ ਕੀ ਕਹਿੰਦੇ ਆ ਕਿ ਬਦਲਾਖੋਰੀ ਕਰ ਰਹੀ ਆ, ਉਹਨਾਂ ਨੂੰ ਟਿਚਰਾਂ ਕਰ ਰਹੀ ਆ, ਉਹਨਾਂ ਨੂੰ ਸਬਕ ਸਿਖਾਉਣ ਦੀ ਨੀਤੀ ਤੇ ਕਰ ਰਹੇ ਆ, ਤੇ ਉਹਨਾਂ ਨੂੰ ਇੱਕ ਮੰਗਤਿਆਂ ਵਾਂਗੂ ਕਦੀ ਦਿੱਲੀ ਸੱਦ ਲੈਂਦੇ ਨੇ, ਕਦੀ ਕਿਤੇ ਸੱਦ ਲੈਂਦੇ ਨੇ। ਮੈਂ ਸਮਝਦਾ ਕਿ ਅੱਜ ਅਗਰ ਜਿਹੜੀ ਚੰਡੀਗੜ੍ਹ ਬੈਠਕ ਹੋਵੇ, ਉਹ ਇੱਕ ਨਤੀਜਾ ਕੁੰਨ ਬੈਠਕ ਹੋਣੀ ਚਾਹੀਦੀ ਹੈ, ਤੇ ਕਿਸਾਨਾਂ ਦੀਆਂ ਡਿਮਾਂਡਸ ਮੰਨ ਕੇ ਟ੍ਰੇਨਸ ਵੀ ਚਲਾਉਣ, ਔਰ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਨੇ ਉਹ ਸਾਰੀਆਂ ਸਵੀਕਾਰ ਕਰਨ, ਤੇ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਨੇ ਉਹ ਸਾਨੂੰ ਸਵਾਮੀਨਾਥਨ ਕਮੇਟੀ ਰਿਪੋਰਟ ਦੇ ਰეკਮੈਂਡੇਸ਼ਨ ਦੇ ਹਿਸਾਬ ਦੇ ਨਾਲ ਸਾਨੂੰ ਐਮਐਸਪੀ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਫਿਕਸ ਕਰੇ। ਅੱਜ ਦਾ ਇਹ ਸਾਡਾ ਵਿਚਾਰ ਸੀਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।